ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਖਬਰ ਪੜਤਾਲ ਖਾਸ ਪ੍ਰੋਗਰਾਮ ਲੈ ਕੇ। ਤੇ ਹਰ ਰੋਜ਼ ਇਸ ਪ੍ਰੋਗਰਾਮ ਦੇ ਵਿੱਚ ਖਾਸ ਗਤੀਵਿਧੀਆਂ ਦੇ ਉੱਤੇ ਚਰਚਾ ਕਰਦੇ ਹਾਂ। ਅੱਜ ਫਿਰ ਇੱਕ ਵੱਡੀ ਖਬਰ ਜਿਸ ਦੇ ਉੱਤੇ ਚਰਚਾ ਕਰਨੀ ਹੈ, ਕਿਉਂਕਿ ਮੀਟਿੰਗ ਇੱਕ ਵਾਰ ਫਿਰ ਬੇਸਿੱਟਾ ਰਹੀ ਹੈ। ਲਗਾਤਾਰ ਯੈਸ ਨੋ ਤੋਂ ਬਾਅਦ ਬੇਸਿੱਟਾ ਮੀਟਿੰਗਾਂ ਦੇ ਵੱਲ ਜਦੋਂ ਲਗਾਤਾਰ ਮੀਟਿੰਗਾਂ ਵੱਧ ਰਹੀਆਂ ਨੇ ਤਾਂ ਕਿਤੇ ਨਾ ਕਿਤੇ ਕਿਸਾਨਾਂ ਦੇ ਵਿੱਚੋਂ ਵੀ ਮੀਟਿੰਗਾਂ ਤੋਂ ਉਮੀਦਾਂ ਮੁੱਕਦੀਆਂ ਜਾ ਰਹੀਆਂ ਨੇ। ਹਾਲਾਂਕਿ ਇਸ ਮੀਟਿੰਗ ਤੋਂ ਉਮੀਦ ਬਹੁਤੀ ਨਹੀਂ ਸੀ, ਪਰ ਨਿਗਾਹਾਂ ਤਾਂ ਟਿਕੀਆਂ ਸੀ ਕਿਉਂਕਿ ਸੁਪਰੀਮ ਕੋਰਟ ਦੀ ਸੁਣਵਾਈ ਤੋਂ ਬਾਅਦ ਇਹ ਪਹਿਲੀ ਮੀਟਿੰਗ ਸੀ। ਸੋ ਇਹਨਾਂ ਸਾਰੀਆਂ ਖਬਰਾਂ ਦੇ ਉੱਤੇ ਚਰਚਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਰਾਂਗੇ। ਪਹਿਲਾਂ ਸੁਰਿੰਦਰ ਡੱਲਾ ਜੀ ਹੁਣਾਂ ਦਾ ਸਵਾਗਤ ਕਰਾਂਗੇ, ਫਿਰ ਚਰਚਾ ਦੇ ਵੱਲ ਵਧਾਂਗੇ। ਗਗਨ ਜੀ ਸਾਰਿਆਂ ਦਾ ਬਹੁਤ ਡੱਲਾ ਜੀ, ਸਭ ਤੋਂ ਪਹਿਲਾਂ ਸਵਾਲ, ਇੱਕ ਪਾਸੇ ਬੇਸਿੱਟਾ ਮੀਟਿੰਗ ਰਹਿੰਦੀ ਹੈ ਤੇ ਉਧਰ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਪ੍ਰੈਸ ਕਾਨਫਰੰਸ ਕਰ ਰਹੇ ਸੀ ਉਸੇ ਮੀਟਿੰਗ ਦੇ ਸਮੇਂ ਦੇ ਦੌਰਾਨ ਜਦੋਂ ਮੀਟਿੰਗ ਚੱਲ ਰਹੀ ਸੀ। ਤੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਚਰਚਾ ਦਾ ਵਿਸ਼ਾ ਰਹੇ ਨੇ ਕਿ ਜਿਸ ਤਰ੍ਹਾਂ ਦੇ ਤੀਬਰਤਾ ਦੇ ਨਾਲ ਸਰਕਾਰ ਫੈਸਲੇ ਲੈ ਰਹੀ ਹੈ, ਉਹ ਫੈਸਲੇ ਕਿਤੇ ਨਾ ਕਿਤੇ ਆਮ ਲੋਕਾਂ ਦੇ ਹਿੱਤ ਦੇ ਵਿੱਚ ਨਹੀਂ। ਉਸ ਪ੍ਰੈਸ ਕਾਨਫਰੰਸ ਦੇ ਵੱਲ ਪਹਿਲਾਂ ਜਾਵਾਂਗੇ, ਕੀ ਕੁਝ ਵਾਪਰਿਆ? ਦੇਖੋ, ਮੀਟਿੰਗ ਤਾਂ ਚੱਲ ਹੀ ਰਹੀ ਸੀ ਗਗਨ। ਮੀਟਿੰਗ ਦਾ ਆਪਾਂ ਕੱਲ ਵੀ ਸਵੇਰੇ ਕਿਹਾ ਸੀ ਗਗਨ ਕਿ ਮੀਟਿੰਗ ਦੀ ਕੋਈ ਬਹੁਤੀ ਆਸ ਨਹੀਂ ਕਿ ਇਸ ਮੀਟਿੰਗ 'ਚੋਂ ਕੁਝ ਨਿਕਲੂਗਾ, ਕਿਉਂਕਿ ਸਰਕਾਰ ਤਾਂ ਇਸ ਜ਼ਿੱਦ ਤੇ ਹੈ ਕਿ ਅਸੀਂ ਕਾਨੂੰਨ ਰੱਦ ਨਹੀਂ ਕਰਨੇ। ਕਿਸਾਨ ਕਹਿੰਦੇ ਸਾਨੂੰ ਕਾਨੂੰਨ ਰੱਦ ਕੀਤੇ ਬਿਨਾਂ ਚਾਹੀਦਾ ਕੁਝ ਨਹੀਂ। ਸੋ ਇਹ ਮੀਟਿੰਗ ਸਿਰਫ ਮੈਨੂੰ ਲੱਗਦਾ ਹੈ ਇਹ ਸਾਰਾ ਕੁਝ ਜਿਹੜੀ ਮੀਟਿੰਗ ਸੀ ਦੋਹਾਂ ਧਿਰਾਂ ਲਈ ਇਹ ਜ਼ਰੂਰੀ ਸੀ ਕਿ ਸਾਡੇ ਤੇ ਇਲਜ਼ਾਮ ਨਾ ਲੱਗ ਜੇ। ਕਿਸਾਨ ਇਸ ਕਰਕੇ ਮੀਟਿੰਗ 'ਚ ਗਏ ਵੀ ਸਰਕਾਰ ਇਹ ਨਾ ਕਹਿ ਦੇ ਵੀ ਕਿਸਾਨ ਮੀਟਿੰਗ 'ਚ ਨਹੀਂ ਆਏ। ਸਰਕਾਰ ਇਸ ਕਰਕੇ ਮੀਟਿੰਗ 'ਚ ਆਈ ਵੀ ਕਿਸਾਨ ਨਾ ਕਹਿ ਦੇਣ ਵੀ ਸਰਕਾਰ ਮੀਟਿੰਗ 'ਚ ਨਹੀਂ ਆਈ। ਅਤੇ ਕੱਲ੍ਹ ਨੂੰ ਇਹ ਗੱਲਾਂ ਸੁਪਰੀਮ ਕੋਰਟ 'ਚ ਚਲੀਆਂ ਜਾਣਗੀਆਂ, ਕਿਉਂਕਿ ਸੁਪਰੀਮ ਕੋਰਟ 'ਚ ਵੀ ਸੁਣਵਾਈ ਚੱਲ ਰਹੀ ਹੈ। ਸੋ ਇਸ ਕਰਕੇ ਦੋਵੇਂ ਧਿਰਾਂ ਮੈਨੂੰ ਲੱਗਦੀਆਂ ਨੇ ਇਹ ਮੀਟਿੰਗ ਤਾਂ ਸਿਰਫ ਇੱਕ ਮਜਬੂਰੀ ਦੀ ਮੀਟਿੰਗ ਸੀ। ਔਰ ਜਿਹੜੀ ਨਵਜੋਤ ਸਿੰਘ ਸਿੱਧੂ ਦੀ ਤੁਸੀਂ ਗੱਲ ਕੀਤੀ ਹੈ, ਦੇਖੋ ਇੱਕ ਦਿਨ ਪਹਿਲਾਂ ਪੰਜਾਬ ਦੇ ਮੰਤਰੀ ਮੰਡਲ ਦੀ ਬੈਠਕ ਹੋਈ ਹੈ, ਉਹਦੇ 'ਚ ਕੈਪਟਨ ਅਮਰਿੰਦਰ ਸਿੰਘ ਜੀ ਉਹਨਾਂ ਨੇ ਆਪਣਾ ਸਪਸ਼ਟ ਸਟੈਂਡ ਦੱਸਿਆ ਕਿ ਅਸੀਂ ਖੇਤੀ ਕਾਨੂੰਨਾਂ ਨੂੰ ਰੱਦ ਕੀਤੇ ਬਿਨਾਂ ਕੁਝ ਨਹੀਂ ਮੰਨਾਂਗੇ। ਮੁਲਕ ਦੇ ਵਿੱਚ ਕੱਲ੍ਹ ਕਾਂਗਰਸ ਨੇ ਵੱਡਾ ਪ੍ਰੋਟੈਸਟ ਕੀਤਾ, ਮੁਲਕ ਦੇ ਕਈ ਗਵਰਨਰਾਂ ਦੇ ਦਫ਼ਤਰਾਂ ਦੇ ਬਾਹਰ ਪ੍ਰੋਟੈਸਟ ਕੀਤੇ ਗਏ। ਮੈਨੂੰ ਲੱਗਦਾ ਇਹ ਕਾਂਗਰਸ ਵੱਲੋਂ ਪਹਿਲੀ ਵਾਰੀ ਇੱਕ ਧਿਆਨ ਖਿੱਚੂ ਅਸੀਂ ਕਹਿ ਸਕਦੇ ਹਾਂ ਕਿ ਇਹਦੇ ਨਾਲ ਧਿਆਨ ਗਿਆ ਲੋਕਾਂ ਦਾ, ਇਹੋ ਜਿਹਾ ਪ੍ਰੋਟੈਸਟ ਕੀਤਾ। ਪ੍ਰਿੰਕਾ ਗਾਂਧੀ, ਰਾਹੁਲ ਗਾਂਧੀ ਆਪ ਗਏ ਜੰਤਰ ਮੰਤਰ ਦੇ ਧਰਨੇ 'ਤੇ। ਔਰ ਜਿਵੇਂ ਤੁਸੀਂ ਜ਼ਿਕਰ ਕੀਤਾ ਸੀ, ਕਾਂਗਰਸੀਆਂ ਨੂੰ ਚੱਕ ਕੇ ਵੀ ਲੈ ਗਈ ਐਮਪੀਆਂ ਨੂੰ ਔਰ ਇੱਕ ਐਮਐਲਏ ਨੂੰ ਉੱਥੋਂ ਦੀ ਪੁਲਿਸ, ਪਰ ਉਹ ਬਾਅਦ ਦੇ ਵਿੱਚ ਹਿਰਾਸਤ 'ਚ ਲਿਆ ਸੀ, ਉਹਨਾਂ ਨੂੰ ਛੱਡਤਾ ਤੇ ਉਹ ਦੁਬਾਰਾ ਆ ਕੇ ਧਰਨੇ 'ਤੇ ਬਹਿ ਗਏ। ਮਤਲਬ ਕਿ ਕਾਂਗਰਸ ਵੀ ਐਕਟਿਵ ਨਜ਼ਰ ਆਈ ਹੈ। ਕਿਤੇ ਨਾ ਕਿਤੇ ਵਿਰੋਧੀ ਧਿਰ ਦੀ ਭੂਮਿਕਾ ਬੜੀ ਜ਼ਰੂਰੀ ਹੈ। ਉਹ ਠੀਕ ਹੈ, ਇਹ ਅੰਦੋਲਨ ਕਿਸਾਨਾਂ ਦਾ ਹੈ, ਪੋਲੀਟੀਕਲ ਪਾਰਟੀਆਂ ਨੂੰ ਇਹਦੇ 'ਚ ਦਖਲ ਨਹੀਂ ਦੇਣਾ ਚਾਹੀਦਾ, ਪਰ ਕਿਸਾਨਾਂ ਦੇ ਧਰਨੇ 'ਚ ਸ਼ਾਮਲ ਹੋਏ ਬਿਨਾਂ ਆਪਣੇ ਪੱਧਰ 'ਤੇ ਪੋਲੀਟੀਕਲ ਪਾਰਟੀਆਂ ਅਗਰ ਕੋਈ ਪ੍ਰੋਗਰਾਮ ਕਰਦੀਆਂ ਨੇ ਜਿਹਦਾ ਕਿਸਾਨਾਂ ਨਾਲ ਸਿੱਧਾ ਕਿਸਾਨਾਂ ਦੇ ਅੰਦੋਲਨ ਨੂੰ ਕੋਈ ਨੁਕਸਾਨ ਨਹੀਂ, ਉਹਦੇ 'ਚ ਕੋਈ ਬਹੁਤਾ ਕਿੰਤੂ ਪਰੰਤੂ ਨਹੀਂ ਹੁੰਦਾ। ਹੁਣ ਜਿਹੜੀ ਨਵਜੋਤ ਸਿੰਘ ਸਿੱਧੂ ਦੀ ਤੁਸੀਂ ਗੱਲ ਕੀਤੀ, ਦੇਖੋ ਸਿੱਧੂ ਉਸ ਮੰਚ 'ਤੇ ਵੀ ਬੋਲਿਆ ਸੀ ਗਗਨ, ਜਦੋਂ ਪੰਜਾਬ 'ਚ ਰਾਹੁਲ ਗਾਂਧੀ ਆਇਆ ਸੀ ਅਤੇ ਕੈਪਟਨ ਅਮਰਿੰਦਰ ਖੜ੍ਹਾ ਸੀ, ਕੈਪਟਨ ਅਮਰਿੰਦਰ ਵੀ ਬੈਠੇ ਸੀ। ਉਸ ਮੰਚ 'ਤੇ ਵੀ ਸਿੱਧੂ ਨੇ ਇਹੀ ਗੱਲ ਕਹੀ ਸੀ ਕਿ ਸਾਨੂੰ ਪੰਜਾਬ ਦੇ ਆਪਣੇ ਖੇਤੀ ਕਾਨੂੰਨ ਬਣਾਉਣੇ ਪੈਣਗੇ, ਸਾਨੂੰ ਆਪਣਾ ਢਾਂਚਾ ਵੀ ਪੰਜਾਬ ਦਾ ਬਣਾਉਣਾ ਪਊਗਾ ਐਗਰੀਕਲਚਰ ਦਾ। ਔਰ ਸਿੱਧੂ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਉਹਦਾ ਮਜ਼ਮੂਨ ਬਹੁਤ ਲੰਮਾ ਸੀ। ਔਰ ਮੈਨੂੰ ਲੱਗਦਾ ਹੈ ਅੱਜ ਇੱਕ ਦਿਨ 'ਚ ਸਿੱਧੂ ਦੀ ਪੂਰੀ ਪ੍ਰੈਸ ਕਾਨਫਰੰਸ ਦਾ ਕੱਪੜ ਛਾਣ ਨਹੀਂ ਹੋਣਾ। ਸਿੱਧੂ ਦੀਆਂ ਜਿਹੜੀਆਂ ਗੱਲਾਂ ਸੀ ਉਹ ਪੰਜਾਬ ਦੀ ਸਿਆਸਤ 'ਤੇ ਬੜਾ ਦੂਰਗਾਮੀ ਅਸਰ ਰੱਖਦੀਆਂ ਨੇ, ਉਹ ਬੜਾ ਦੂਰਗਾਮੀ ਅਸਰ ਲੈ ਕੇ ਆਈਆਂ ਨੇ ਸਿੱਧੂ ਦੀਆਂ ਨਵੀਆਂ ਗੱਲਾਂ। ਔਰ ਇਹਨਾਂ 'ਤੇ ਅਸੀਂ ਕਈ ਦਿਨ ਲਗਾਤਾਰ ਗੱਲ ਕਰਦੇ ਰਹਾਂਗੇ, ਕਿਉਂਕਿ ਸਿੱਧੂ ਇੱਕ ਪਾਲਿਸੀ 'ਤੇ ਕੰਮ ਕਰਨ ਵਾਲਾ ਲੀਡਰ ਹੈ। ਪੰਜਾਬ ਨੂੰ ਹੁਣ ਚਾਹੀਦਾ ਕੀ ਹੈ? ਸਿੱਧੂ ਦੀ ਜਿਹੜੀ ਪ੍ਰੈਸ ਕਾਨਫਰੰਸ ਸੀ ਉਹਦਾ ਮੈਂ ਨਿਚੋੜ ਇਹ ਕੱਢਿਆ ਹੈ, ਦੋ ਤਿੰਨ ਪੱਖਾਂ ਤੋਂ ਸਿੱਧੂ ਨੇ ਗੱਲ ਕੀਤੀ ਹੈ। ਇੱਕ ਤਾਂ ਚਿੰਤਾ ਜਤਾਈ ਹੈ ਕਿ ਫੂਡ ਕਾਰਪੋਰੇਸ਼ਨ ਆਫ ਇੰਡੀਆ ਜਿਹੜਾ ਸਰਕਾਰ, ਭਾਰਤ ਦੀ ਸਰਕਾਰ ਫੂਡ ਕਾਰਪੋਰੇਸ਼ਨ ਆਫ ਇੰਡੀਆ ਨੂੰ ਸੰਭਾਲ ਨਹੀਂ ਰਹੀ। ਫੂਡ ਕਾਰਪੋਰੇਸ਼ਨ ਆਫ ਇੰਡੀਆ ਕਰਜ਼ੇ 'ਚ ਜਾ ਰਿਹਾ ਹੈ, ਫੂਡ ਕਾਰਪੋਰੇਸ਼ਨ ਆਫ ਇੰਡੀਆ ਆਪਣੇ ਆਪ ਕਰਜ਼ੇ 'ਚ ਜਾ ਰਹੀ ਹੈ। ਔਰ ਕਿਤੇ ਨਾ ਕਿਤੇ ਸਰਕਾਰ ਚਾਹੁੰਦੀ ਵੀ ਹੈ ਕਿ ਇਹਦਾ ਕਰਜ਼ਾ ਵਧੇ। ਸਿੱਧੂ ਨੇ ਜਿਸ ਤਰੀਕੇ ਦੇ ਆંકੜੇ ਤੱਥ ਪੇਸ਼ ਕੀਤੇ ਉਹਦੇ ਤੋਂ ਇਹ ਭਾਵ ਨਿਕਲਿਆ ਕਿ ਸਰਕਾਰ ਖੁਦ ਵੀ ਚਾਹੁੰਦੀ ਹੈ ਕਿ FCI ਹੈ ਜਿਹੜੀ ਉਹ ਅਗਰ ਘਾਟੇ 'ਚ ਜਾ ਰਹੀ ਹੈ ਤਾਂ ਕੋਈ ਗੱਲ ਨਹੀਂ। ਕਿਉਂਕਿ ਪਿੱਛੇ ਕਿਤੇ ਨਾ ਕਿਤੇ ਸਰਕਾਰ ਦੀ ਇਹ ਯੋਜਨਾ ਹੋ ਸਕਦੀ ਹੈ ਕਿ ਅਸੀਂ FCI ਨੂੰ ਵੀ ਪ੍ਰਾਈਵੇਟ ਹੱਥਾਂ 'ਚ ਦੇ ਦਈਏ। ਸਾਨੂੰ ਪਤਾ ਕਿੰਨੇ ਜਹਾਜ਼ਾਂ ਦੇ ਅੱਡੇ ਪ੍ਰਾਈਵੇਟ ਹੱਥਾਂ 'ਚ ਦਿੱਤੇ ਗਏ। ਪੰਜਾਬ ਵਾਲਿਆਂ ਨੇ ਵੀ ਪਹਿਲਾਂ ਬਹੁਤ ਸਾਰੇ ਸਰਕਾਰੀ ਸਾਡੇ ਜਿਹੜੇ ਸੱਭਿਆਚਾਰਕ ਮਹਿਕਮੇ ਦੀਆਂ ਇਮਾਰਤਾਂ ਸੀ, ਪੁਰਾਣੇ ਹੋਟਲ ਸੀ, ਉਹ ਸਾਰੇ ਪ੍ਰਾਈਵੇਟ ਹੱਥਾਂ 'ਚ ਸੌਂਪਤੇ ਸੀ। ਸੋ ਸਰਕਾਰਾਂ ਬਹੁਤ ਕੁਝ ਪ੍ਰਾਈਵੇਟ ਹੱਥਾਂ 'ਚ ਦਿੰਦੀਆਂ ਨੇ। ਆ BSNL ਦਾ ਦੇਖ ਲਓ, ਬੁਰਾ ਹਾਲ ਹੋਇਆ ਪਿਆ। ਇਹ ਵੀ ਡਰ ਹੈ ਕਿ ਕਿਤੇ BSNL ਵੀ ਕਿਤੇ ਪ੍ਰਾਈਵੇਟ ਕੰਪਨੀ ਨੂੰ ਨਹੀਂ ਦੇ ਦੇਣ। ਸਿਰਫ ਉਹਨਾਂ ਨੇ ਨਾਮ ਹੀ ਬਦਲਣਾ BSNL ਦੀ ਜਗ੍ਹਾ 'ਤੇ, ਬਾਕੀ ਦਾ ਢਾਂਚਾ BSNL ਦਾ ਬਣਿਆ। ਇਸੇ ਤਰ੍ਹਾਂ FCI ਨੂੰ ਲੈ ਕੇ ਸਿੱਧੂ ਨੇ ਆਪਣੇ ਖਦਸ਼ੇ ਪ੍ਰਗਟ ਕੀਤੇ ਕਿ ਕਿਵੇਂ ਭੰਡਾਰਨ ਪੂਰੇ ਮੁਲਕ 'ਚ ਜਿਹੜਾ ਹੈ ਉਹ ਸਰਕਾਰ ਨੂੰ ਕਰਨਾ ਚਾਹੀਦਾ ਸੀ, ਉਹ FCI ਕਰ ਰਹੀ ਹੈ ਅਤੇ ਪ੍ਰਾਈਵੇਟ ਕੰਪਨੀਆਂ ਨੂੰ FCI ਨਾਲ ਲੈ ਰਹੀ ਹੈ। ਦੇਖੋ
ਮੇਰਾ ਇਹ ਮੰਨਣਾ ਹੈ ਕਿ ਮੁਲਕ ਦੇ ਵਿੱਚ ਕਿਸੇ ਹੱਦ ਤੱਕ ਪ੍ਰਾਈਵੇਟ ਕੰਪਨੀਆਂ ਦਾ ਹਰ ਕਾਰੋਬਾਰ 'ਚ ਆਉਣਾ ਜ਼ਰੂਰੀ ਹੈ, ਪਰ ਸਿਰਫ ਤੇ ਸਿਰਫ ਇੱਕ ਜਾਂ ਦੋ ਕੰਪਨੀਆਂ ਪ੍ਰਾਈਵੇਟ ਕੰਮ 'ਚ ਆਉਣ ਉਹ, ਔਰ ਸਰਕਾਰ ਦਾ ਜਿਹੜਾ ਪੂਰਾ ਧਿਆਨ ਹੈ ਸਿਰਫ ਇੱਕ ਦੋ ਵੱਡੇ ਘਰਾਣਿਆਂ ਤੇ ਰਵੇ, ਉਹ ਗਲਤ ਹੈ। ਅਗਰ ਪ੍ਰਾਈਵੇਟ ਸੈਕਟਰ ਨੇ ਆਉਣਾ ਹੈ ਤੇ ਸਰਕਾਰ ਹੱਦਾਂ ਬੰਨੇ ਤੈਅ ਕਰੇ ਕਾਨੂੰਨ ਬਣਾ ਕੇ ਕਿ ਪ੍ਰਾਈਵੇਟ ਸੈਕਟਰ ਦੀ ਇਹ ਲਿਮਟ ਹੈ, ਇਸ ਹੱਦ ਤੱਕ ਪ੍ਰਾਈਵੇਟ ਸੈਕਟਰ ਕਾਰੋਬਾਰ ਕਰ ਸਕਦਾ ਹੈ, ਇਸ ਹੱਦ ਤੱਕ ਸਟੋਰੇਜ ਕਰ ਸਕਦਾ ਹੈ, ਇਸ ਹੱਦ ਤੱਕ ਅਸੀਂ ਉਹਨਾਂ ਤੋਂ ਜਗ੍ਹਾ ਲੈਣੀ ਹੈ, FCI ਨੂੰ ਜਿਹੜੀ FCI ਨੇ ਲੈਣੀ ਹੈ ਸਟੋਰੇਜ ਦੇ ਲਈ। ਨਿਰਾ ਪੂਰਾ 2-3 ਕੰਪਨੀਆਂ ਤੇ ਜਦੋਂ ਨਿਰਭਰਤਾ ਹੋ ਜਾਂਦੀ ਹੈ ਨਾ ਸਰਕਾਰਾਂ ਦੀ, ਉਹ ਸਥਿਤੀਆਂ ਖਰਾਬ ਹੋਣ ਵਾਲੇ ਪਾਸੇ ਖਦਸ਼ੇ ਖੜੇ ਹੋ ਜਾਂਦੇ ਨੇ। ਮੈਂ ਇਸ ਗੱਲ ਦਾ ਹਾਮੀ ਹਾਂ ਕਿ ਪ੍ਰਾਈਵੇਟ ਸੈਕਟਰ ਕਾਰੋਬਾਰ 'ਚ ਆਉਣਾ ਚਾਹੀਦਾ ਹੈ, ਪਰ ਪ੍ਰਾਈਵੇਟ ਸੈਕਟਰ ਵੰਡ ਕੇ ਆਉਣ ਕਾਰੋਬਾਰ 'ਚ ਆਉਣਾ ਚਾਹੀਦਾ। ਸਿਰਫ ਇੱਕ ਦੋ ਘਰਾਣੇ ਸਾਰਾ ਕੰਮ ਕਰਨ ਮੁਲਕ ਦਾ ਪ੍ਰਾਈਵੇਟ ਸੈਕਟਰ ਦੇ ਤੌਰ ਤੇ, ਉਹ ਗੱਲ ਗਲਤ ਹੈ। ਔਰ ਸਿੱਧੂ ਨੇ ਵੀ ਉਹ ਗੱਲ ਕਹੀ ਕਿ ਉਹ ਗੱਲ ਗਲਤ ਹੈ। ਸੋ FCI ਦੇ ਆਉਣ ਵਾਲੇ ਦਿਨਾਂ 'ਚ ਬੜੇ ਵਿਸਥਾਰ ਨਾਲ ਗੱਲ ਕਰਾਂਗੇ। ਸਿੱਧੂ ਉਹਨਾਂ ਨੇ ਕਈ ਪੁਆਇੰਟਸ ਨੇ ਜਿਹੜੇ ਉਹਨਾਂ ਤੇ ਗੱਲ ਕੀਤੀ, ਪਰ ਮੋਟੀ ਗੱਲ ਨਵਜੋਤ ਸਿੱਧੂ ਨੇ ਖਦਸ਼ਾ ਪ੍ਰਗਟ ਕਰਤਾ ਵੀ ਆਉਣ ਵਾਲੇ ਸਮੇਂ 'ਚ ਕਿਤੇ ਇਹ ਨਾ ਹੋਵੇ ਕਿ FCI ਪ੍ਰਾਈਵੇਟ ਹੱਥਾਂ 'ਚ ਚਲੀ ਜਾਵੇ ਜਾਂ ਸਰਕਾਰ ਦੀ ਮਜਬੂਰੀ ਬਣ ਜੇ, ਤੇ ਕਿਉਂਕਿ ਹੁਣ ਵੀ 4 ਲੱਖ ਕਰੋੜ ਦੇ ਆਸ-ਪਾਸ ਘਾਟਾ FCI ਚੱਲ ਰਹੀ ਹੈ। ਇਹ ਵੀ ਸਿੱਧੂ ਨੇ ਦੱਸਿਆ ਕਿ ਮਨਮੋਹਨ ਸਿੰਘ ਦੀ ਸਰਕਾਰ ਦੇ ਵੇਲੇ ਨਾਲੋਂ ਪਿਛਲੇ 6 ਸਾਲਾਂ 'ਚ FCI ਦਾ ਘਾਟਾ ਬਹੁਤ ਜ਼ਿਆਦਾ ਵੱਧ ਗਿਆ। ਇਹ ਵੀ ਅੰਕੜੇ ਆਪਾਂ ਵਿਸਥਾਰ ਨਾਲ ਸਾਂਝੇ ਕਰਾਂਗੇ। ਮੋਦੀ ਸਾਹਿਬ ਦੇ ਰਾਜ 'ਚ ਪਿੱਛੇ ਜੇ ਮੋਦੀ ਸਾਹਿਬ ਨੇ ਅੰਕੜੇ ਜਾਰੀ ਕੀਤੇ ਸੀ ਕਿ ਤੇਲ ਬੀਜ ਫਸਲਾਂ ਅਸੀਂ ਬਹੁਤ ਖਰੀਦੀਆਂ, ਦਾਲਾਂ ਤੇ MSP ਬਹੁਤ ਦਿੱਤਾ, ਕਣਕ ਝੋਨੇ ਤੇ MSP ਬਹੁਤ ਦਿੱਤਾ। ਇਹ ਵੀ ਅੰਕੜਾ ਜਿਹੜਾ ਸਿੱਧੂ ਨੇ ਦਿੱਤਾ ਕਿ ਫੂਡ ਕਾਰਪੋਰੇਸ਼ਨ ਆਫ ਇੰਡੀਆ ਦਾ ਘਾਟਾ ਬਹੁਤ ਵੱਧ ਗਿਆ। ਮੋਦੀ ਸਾਹਿਬ ਅਗਰ ਸਾਰੇ ਪਾਸੇ ਵਿਕਾਸ ਹੋ ਰਿਹਾ ਹੈ, ਜਾਂ BJP ਵਾਲਿਆਂ ਨੂੰ ਇਹ ਸਵਾਲ ਕੀਤਾ ਜਾ ਸਕਦਾ, ਅਗਰ ਸਾਰੇ ਪਾਸੇ ਵਿਕਾਸ ਹੋ ਰਿਹਾ ਹੈ ਤੇ ਫੂਡ ਕਾਰਪੋਰੇਸ਼ਨ ਆਫ ਇੰਡੀਆ ਦਾ ਘਾਟਾ ਘਟਣਾ ਚਾਹੀਦਾ ਸੀ ਜੀ, ਹੈ ਜੀ। ਅਗਰ ਖੇਤੀਬਾੜੀ ਸੈਕਟਰ 'ਚ ਵਿਕਾਸ ਹੋ ਰਿਹਾ ਹੈ, ਫੂਡ ਕਾਰਪੋਰੇਸ਼ਨ ਆਫ ਇੰਡੀਆ ਘਾਟੇ 'ਚ ਕਿਉਂ ਜਾ ਰਹੀ ਹੈ? ਉਹ ਵੀ ਮੁਨਾਫੇ 'ਚ ਜਾਣੀ ਚਾਹੀਦੀ ਸੀ, ਜਾਂ ਉਹਦਾ ਘਾਟਾ ਘਟ ਜਾਂਦਾ ਥੋੜ੍ਹਾ ਜਿਹਾ, ਕੁਝ ਤਾਂ ਕਰਜ਼ਾ FCI ਦਾ ਆਪਣਾ ਘਟਦਾ। ਸੋ FCI ਕਰਜ਼ੇ 'ਚ ਮੁਲਕ ਦੀ। ਸੋ ਨਵਜੋਤ ਸਿੱਧੂ ਨੇ ਸਾਰੀਆਂ ਗੱਲਾਂ ਕੀਤੀਆਂ ਜਿਨ੍ਹਾਂ ਦਾ ਸਬੰਧ ਖੇਤੀ ਕਾਨੂੰਨਾਂ ਦੇ ਨਾਲ ਇੰਝ ਜੁੜਦਾ ਹੈ, ਕਿਉਂਕਿ ਖੇਤੀ ਕਾਨੂੰਨਾਂ ਦੇ ਨਾਲ ਹੀ ਇਹ ਗੱਲ ਕੀਤੀ ਜਾ ਰਹੀ ਹੈ ਕਿ ਪ੍ਰਾਈਵੇਟ ਸੈਕਟਰ ਵਿੱਚ ਆਏਗਾ, ਜ਼ਿਆਦਾ ਕਿਸਾਨਾਂ ਨੂੰ ਮੁਨਾਫੇ ਮਿਲਣਗੇ। ਜਦੋਂ ਸਟੋਰੇਜ ਕਰਨ ਵਾਲਾ ਅਦਾਰਾ ਫੂਡ ਕਾਰਪੋਰੇਸ਼ਨ ਆਫ ਇੰਡੀਆ ਘਾਟੇ 'ਚ ਜਾ ਰਿਹਾ ਤੇ ਫਿਰ ਕਿਸਾਨਾਂ ਨੂੰ ਮੁਨਾਫਾ ਕਿਵੇਂ ਆਏਗਾ? ਇਹ ਵੀ ਗੱਲ ਬੜੀ ਹੈਰਾਨੀ ਵਾਲੀ ਹੈ। ਕਈ ਗੱਲਾਂ ਸਿੱਧੂ ਨੇ ਹੋਰ ਕੀਤੀਆਂ। ਫਿਰ ਵਕਾਲਤ ਕੀਤੀ ਨਵਜੋਤ ਸਿੰਘ ਸਿੱਧੂ ਨੇ ਗਗਨ, ਜਿਹਦੇ ਤੇ ਪੰਜਾਬ ਦੀ ਸਰਕਾਰ ਨੂੰ ਗੌਰ ਦੇਣਾ ਚਾਹੀਦਾ। ਔਰ ਕਿਉਂਕਿ ਮੈਂ ਅੱਗੇ ਵੀ ਕਹਿੰਦਾ ਹੁੰਦਾ, ਸਿੱਧੂ ਇੱਕ ਪਾਲਿਸੀ ਮੇਕਰ ਹੈ। ਪਾਲਿਸੀ ਜਿਵੇਂ ਉਹ ਸੈਂਚਰੀਆਂ ਬਣਾਇਆ ਕਰਦਾ ਸੀ, ਚੌਕੇ ਛੱਕੇ ਲਾਇਆ ਕਰਦਾ ਸੀ, ਉਹਦੇ ਕੋਲੇ ਦਿਮਾਗ ਹੈ, ਹੁਨਰ ਹੈ ਕਿ ਅਸੀਂ ਕਿਵੇਂ ਉਹ ਪਾਲਿਸੀ ਬਣਾਈਏ ਜਿਹਦੇ ਨਾਲ ਪੰਜਾਬ ਦਾ ਭਲਾ ਹੋਵੇ। ਸਿੱਧੂ ਦੀ ਆਪਣੀ ਫੈਕਟਰੀ ਕੋਈ ਨਹੀਂ, ਮੈਂ ਬਾਰ-ਬਾਰ ਕਹਿਣਾ ਹੁਣ ਅੱਗੇ ਵੀ। ਹੁਣ ਜਿਹੜੇ ਲੀਡਰ ਦੀ ਆਪਣੀ ਫੈਕਟਰੀ ਕੋਈ ਨਹੀਂ, ਉਹਨੇ ਪੰਜਾਬ ਦੇ ਲਈ ਪੈਸਾ ਕਮਾਉਣਾ। ਅਗਰ ਸਿੱਧੂ ਵਰਗੇ ਵਿਅਕਤੀ ਕੋਲੇ ਭਵਿੱਖ 'ਚ ਪੰਜਾਬ ਦੀ ਕਮਾਂਡ ਆਉਂਦੀ ਹੈ, ਵਾਗਡੋਰ ਮਿਲਦੀ ਹੈ ਪੰਜਾਬ ਦੀ, ਤੇ ਸਿੱਧੂ ਦਾ ਫੋਕਸ ਆਪਣੀ ਫੈਕਟਰੀ ਦੇ ਰੰਗ ਰੋਗਨ ਕਰਨ ਦਾ ਨਹੀਂ ਹੋਣਾ। ਉਹਨੇ ਇਹ ਨਹੀਂ ਕਹਿਣਾ ਵੀ ਮੇਰੇ ਇੱਕ ਹੋਟਲ ਹੈ 2 ਬਣ ਜਾਣ। ਸਿੱਧੂ ਦੇ ਹੋਟਲ ਹੈ ਨਹੀਂ ਜੀ। ਸੋ ਸਿੱਧੂ ਦਾ ਫੋਕਸ ਉਹਦੀਆਂ ਪਾਲਿਸੀਆਂ ਜਿਹੜੀਆਂ ਪਹਿਲਾਂ ਵੀ ਦਿੱਤੀਆਂ ਨੇ, ਮਾਈਨਿੰਗ ਦੀ ਦਿੱਤੀ, ਰੇਤੇ ਦੀ ਦਿੱਤੀ, ਕੇਬਲ ਤੇ ਦਿੱਤੀ, ਇਸ਼ਤਿਹਾਰਾਂ ਤੇ ਦਿੱਤੀ, ਸ਼ਰਾਬ ਦੇ ਕਾਰੋਬਾਰ ਨੂੰ ਕਿਵੇਂ ਲੀਕਰ ਦੇ ਉੱਤੇ ਪਾਲਿਸੀ ਦਿੱਤੀ। ਸੋ ਟਰੈਕ ਰਿਕਾਰਡ ਸਿੱਧੂ ਦਾ ਚੰਗਾ। ਇਸੇ ਕਰਕੇ ਤਾਂ ਦੇਖੋ ਸਿੱਧੂ ਜਿਵੇਂ ਬੋਲਦਾ ਹੈ ਜੀ, ਜੇ ਕੋਈ ਹੋਰ ਲੀਡਰ ਬੋਲਦਾ ਹੁੰਦਾ ਤੇ ਹੁਣ ਤੱਕ ED ਵਾਲੇ ਪਹੁੰਚੇ ਹੁੰਦੇ ਗਏ। ਬਿਲਕੁਲ ਹਾਂਜੀ, ED ਵਾਲਿਆਂ ਨੇ ਤਾਂ ਮੰਜਾ ਡਾਲਣਾ ਸੀ ਆ ਕੇ। ਜਿੰਨਾ ਸਿੱਧੂ ਲਗਾਤਾਰ ਖੁੱਲ੍ਹ ਕੇ ਗੱਲਾਂ ਕਰਦਾ, ਇਹਦਾ ਮਤਲਬ ਇਹ ਹੈ ਕਿ ਉਹਦਾ ਮੰਜਾ ਹੇਠੋਂ ਖਾਲੀ ਹੈ, ਸਾਫ਼ ਹੈ। ਸਾਫ਼ ਮੰਜੇ ਵਾਲੇ ਲੀਡਰ ਵੀ ਬਹੁਤ ਘੱਟ ਹੈ ਅੱਜ ਦੇ ਸਮੇਂ 'ਚ ਵੀ, ਜਿਨ੍ਹਾਂ ਦੇ ਮੰਜੇ ਥੱਲੇ ਬਿਲਕੁਲ ਸਫਾਈ ਹੈ, ਜਿਵੇਂ ਮਰਜ਼ੀ ਲੰਘ ਜਾਓ। ਨਹੀਂ ਤਾਂ ਖਤਰਾ ਹੀ ਹੁੰਦਾ ਵੀ ਨੋਟਾਂ ਦੀਆਂ ਬੋਰੀਆਂ ਪਈਆਂ ਹੁੰਦੀਆਂ ਜਾਂ ਫੈਕਟਰੀਆਂ ਲੱਗੀਆਂ ਹੁੰਦੀਆਂ ਮੰਜੇ ਥੱਲੇ। ਸੋ ਸਿੱਧੂ ਨੇ ਉਹੀ ਏਜੰਡਾ, ਸਿੱਧੂ ਕਹਿੰਦਾ ਕਿ ਸਾਨੂੰ ਪਾਲਿਸੀਆਂ ਲੈ ਕੇ ਆਉਣੀਆਂ ਪੈਣੀਆਂ ਸੂਬੇ ਦੀ ਐਗਰੀਕਲਚਰ ਲਈ। ਪੰਜਾਬ 'ਚ ਅਸੀਂ ਜੋ ਕੁਝ ਖਾਂਦੇ ਹਾਂ, ਇਹ ਗੱਲ ਹੌਲੀ ਹੌਲੀ ਸਾਰੇ ਪੰਜਾਬ ਦੇ ਲੋਕਾਂ ਨੂੰ ਸਮਝ ਆਊਗੀ ਕਿ ਅਸੀਂ ਪੰਜਾਬ ਦੇ ਲੋਕ ਜੋ ਕੁਝ ਖਾਂਦੇ ਹਾਂ ਜੀ, ਅਸੀਂ ਪੈਦਾ ਵੀ ਤਾਂ ਕਰਦੇ ਹਾਂ ਨਾ, ਤੇ ਅਸੀਂ ਬਾਹਰੋਂ ਮੰਗਾਉਣ ਦੀ ਬਜਾਏ ਅਗਰ ਅਸੀਂ ਆਪਣਾ ਪੰਜਾਬ ਸੂਬੇ 'ਚ ਆਪ ਪੈਦਾ ਕੀਤਾ ਹੋਈ ਆਪ ਹੀ ਖਾ ਲਈਏ, ਉਹਦੇ ਨਾਲ ਹੀ ਸਾਡੀ ਆਰਥਿਕਤਾ ਖੜ ਜਾਣੀ ਹੈ, ਨਾਲੇ ਘਰ ਦੀ ਗੱਲ ਘਰ 'ਚ ਰਹਿ ਜਾਊਗੀ। ਪੰਜਾਬ ਦੀ ਸਰਕਾਰ ਅਗਰ ਤੈਅ ਕਰ ਲੇ, ਸਿੱਧੂ ਨੇ ਉਦਾਹਰਨ ਫਿਰ ਦੁੱਧ ਦੀ ਵੀ ਦਿੱਤੀ। ਹੁਣ ਤੁਸੀਂ ਦੇਖੋ, ਪ੍ਰਾਈਵੇਟ ਮਿਲਕ ਪਲਾਂਟ ਵੀ ਹੈ, ਸਰਕਾਰੀ ਮਿਲਕ ਪਲਾਂਟ ਵੀ ਹੈ, ਕੋਆਪਰੇਟਿਵ ਦੇ ਅਦਾਰੇ ਵੀ ਆ, ਵੇਰਕ ਹੈ, ਮਿਲਕ ਫੈਡ ਹੈ ਜੀ। ਆ ਕਿੰਨੇ ਸਾਡੇ ਪੰਜਾਬ 'ਚ ਪ੍ਰਾਈਵੇਟ ਦੁੱਧ ਦੇ ਪਲਾਂਟ ਵੀ ਨੇ, ਮਿਲਕ ਪਲਾਂਟ ਵੀ ਨੇ। ਉਹ ਵੀ ਦੁੱਧ ਆਪਣਾ ਵੇਚੀ ਜਾਂਦੇ, ਪੰਜਾਬ ਵਾਲਾ ਪੰਜਾਬ 'ਚ ਹੀ ਵੇਚੀ ਜਾਂਦੇ ਜੀ। ਇਸੇ ਤਰ੍ਹਾਂ ਨਵਜੋਤ ਸਿੰਘ ਸਿੱਧੂ ਨੇ ਗੱਲ ਕੀਤੀ ਹੈ ਕਣਕ ਝੋਨੇ ਦੀ ਕਿ ਅਸੀਂ ਸੂਬੇ ਦੇ ਕੰਟਰੋਲ 'ਚ ਚੀਜ਼ਾਂ ਲਿਆਈਏ। ਜਦੋਂ ਮੁਲਕ 'ਚ ਲੋੜ ਹੈ ਕਣਕ ਝੋਨੇ ਦੀ ਤੇ ਸਾਡੇ ਕੋਲੇ ਹੈਗੀ ਹੈ, ਤੇ ਅਸੀਂ ਤਰੀਕੇ ਨਾਲ ਵੇਚ ਲਈਏ, ਹਾਂਜੀ, ਅਸੀਂ ਤਰੀਕੇ ਨਾਲ ਵੇਚ ਲਈਏ। ਸਿੱਧੂ ਦੀ ਇਹੀ ਪਾਲਿਸੀ ਹੈ ਕਿ ਅਸੀਂ ਆਪਣੀ ਐਗਰੀਕਲਚਰ ਨੂੰ ਇਸ ਤਰੀਕੇ ਨਾਲ ਸਾਂਭੀਏ
ਕਿ ਅਸੀਂ ਆਪਣੀ ਐਗਰੀਕਲਚਰ ਦਾ ਸਟੋਰਨ ਕਰੀਏ, ਭੰਡਾਰਨ ਕਰੀਏ। ਹੁਣ ਤੁਸੀਂ ਦੱਸੋ ਗਗਨ, ਪੰਜਾਬ 'ਚ ਜੇ ਬਾਹਰਲੀਆਂ ਕੰਪਨੀਆਂ ਵਾਲੇ ਸਾਈਲੋ ਬਣਾਈ ਜਾਂਦੇ, ਸਾਈਲੋ ਜਿਹਨੂੰ ਕਹਿੰਦੇ ਨੇ, ਮੈਂ ਕਾਰ ਦੀ ਗੱਲ ਨਹੀਂ ਕਰਦਾ ਜੀ, ਸਾਈਲੋ ਮਤਲਬ ਜਿਹੜਾ ਬਹੁਤ ਸਾਰਾ ਇੱਕ ਗੋਦਾਮ ਹੁੰਦਾ, ਅਲਟਰਾ ਮਾਡਰਨ ਆਧੁਨਿਕ ਗੋਦਾਮ ਹੁੰਦਾ, ਜਿਹਦੇ 'ਚ ਕਣਕ, ਝੋਨਾ ਜਾਂ ਤੁਸੀਂ ਫਲ ਸਬਜ਼ੀਆਂ ਸਟੋਰ ਕਰ ਸਕਦੇ ਹੋ, ਲੰਮਾ ਸਮਾਂ ਖਰਾਬ ਨਹੀਂ ਹੁੰਦੀਆਂ। ਜੇ ਦੂਜੀਆਂ ਕੰਪਨੀਆਂ ਵਾਲੇ ਪੰਜਾਬ 'ਚ ਆ ਕੇ ਬਣਾਈ ਜਾਂਦੇ ਨੇ ਤੇ ਪੰਜਾਬ ਦੀ ਸਰਕਾਰ ਕਿਉਂ ਨਹੀਂ ਬਣਾ ਸਕਦੀ? ਜੀ, ਔਰ ਸਾਡੀਆਂ ਸਰਕਾਰਾਂ ਪ੍ਰਾਈਵੇਟ ਕੰਪਨੀਆਂ ਤੋਂ ਬਣਵਾ ਕੇ ਸਟੋਰੇਜ ਉਹਨਾਂ ਨੂੰ ਕਰਾ ਦੇ ਰਹੀਆਂ ਨੇ, ਹੈ ਗਗਨ? ਬਿਲਕੁਲ। ਸੋ ਸਿੱਧੂ ਦਾ ਮਾਡਲ ਇਹੀ ਹੈ ਵੀ ਅਸੀਂ ਇਹੋ ਜਿਹੀ ਪਾਲਿਸੀ ਬਣਾਈਏ ਕਿ ਅਸੀਂ ਖੁਦ ਸਟੋਰ ਕਰੀਏ ਆਪਣਾ ਕਣਕ, ਝੋਨਾ ਸੂਬੇ 'ਚ। ਅਸੀਂ ਕੋਆਪਰੇਟਿਵ ਦੇ ਤਰੀਕੇ ਦੇ ਨਾਲ ਐਗਰੀਕਲਚਰ ਨੂੰ ਸਾਂਭੀਏ, ਭਾਵੇਂ ਸਬਜ਼ੀਆਂ, ਭਾਵੇਂ ਕਣਕ, ਝੋਨਾ, ਭਾਵੇਂ ਸਾਡੀਆਂ ਹੋਰ ਫਸਲਾਂ ਨੇ, ਤੇ ਅਸੀਂ ਉਹੀ ਫਸਲਾਂ ਪੈਦਾ ਕਰੀਏ ਜਿਨ੍ਹਾਂ ਲਈ ਸਾਨੂੰ ਖਰੀਦਦਾਰ ਮਿਲ ਜਾਣ। ਅਗਰ ਪੂਰੇ ਪੰਜਾਬ ਦੀ ਫਸਲ ਪੰਜਾਬ ਦੀ ਸਰਕਾਰ ਸਾਂਭਣਾ ਸ਼ੁਰੂ ਕਰ ਦੇ ਤਰੀਕੇ ਨਾਲ, ਮਾਰਕੀਟਿੰਗ ਕਰਕੇ, ਲੰਬੀ ਯੋਜਨਾ, ਸਾਲ 2 ਸਾਲ ਲੱਗਣਗੇ। ਜੀ, ਸਿੱਧੂ ਨੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਦੀ ਉਦਾਹਰਨ ਵੀ ਦਿੱਤੀ, ਲੋਕਾਂ ਨੇ ਸੁਣਿਆ ਸਿੱਧੂ ਦੇ ਚੈਨਲ ਤੇ, ਹੁਣ ਤਾਂ ਤੁਸੀਂ ਦੇਖ ਸਕਦੇ ਹੋ ਉਹਨਾਂ ਦੀ ਪ੍ਰੈਸ ਕਾਨਫਰੰਸ। ਜੀ, ਸੋ ਇਸ ਕਰਕੇ ਨਵਜੋਤ ਸਿੰਘ ਸਿੱਧੂ ਨੇ ਜਿਹੜੀ ਪਾਲਿਸੀ ਐਗਰੀਕਲਚਰ ਮੇਕਿੰਗ ਦੀ ਗੱਲ ਕੀਤੀ ਹੈ, ਉਹ ਵੀ ਵਕਤ ਦੀ ਜ਼ਰੂਰਤ ਹੈ। ਆਉਣ ਵਾਲੇ ਸਮੇਂ 'ਚ ਪੰਜਾਬ 'ਚ ਐਗਰੀਕਲਚਰ ਪਾਲਿਸੀ ਤੇ ਖੁੱਲ੍ਹ ਕੇ ਡਿਬੇਟ ਹੋਣੀ ਹੈ, ਔਰ ਸਿੱਧੂ ਜ਼ਰੂਰ ਪਾਲਿਸੀ ਲੈ ਕੇ ਆਊਗਾ। ਮੈਨੂੰ ਲੱਗਦਾ ਚੋਣਾਂ ਤੋਂ ਪਹਿਲਾਂ, ਹਜੇ ਠੀਕ ਹੈ ਕਿਸਾਨ ਅੰਦੋਲਨ ਚੱਲ ਰਿਹਾ, ਪਰ ਸਿੱਧੂ ਦਾ ਯੋਗਦਾਨ ਹੈ। ਅਗਰ ਬਾਕੀ ਧਿਰਾਂ ਦਾ ਯੋਗਦਾਨ ਹੈ, ਬਾਕੀ ਧਿਰਾਂ ਨੂੰ ਲੱਗਦਾ ਅਸੀਂ ਯੋਗਦਾਨ ਪਾਇਆ, ਤੇ ਸਿੱਧੂ ਨੇ ਵੀ ਯੋਗਦਾਨ ਪਾਇਆ। ਔਰ ਸਿੱਧੂ ਦਾ ਯੋਗਦਾਨ ਥੋੜਾ ਜਿਹਾ ਆਰਗੇਨਾਈਜ਼ਡ ਹੁੰਦਾ, ਸੰਗਠਿਤ ਯੋਗਦਾਨ ਹੁੰਦਾ ਸਿੱਧੂ ਦਾ, ਜੋ ਮੈਂ ਮਹਿਸੂਸ ਕਰਦਾ। ਜੀ, ਸੋ ਆਉਂਦੇ ਦਿਨਾਂ 'ਚ ਵੀ ਸਿੱਧੂ ਦੀ ਸਰਗਰਮੀ ਇਸੇ ਤਰ੍ਹਾਂ ਬਣੀ ਰਹੂਗੀ। ਕਈ ਪੁਆਇੰਟ ਨੇ ਨਵਜੋਤ ਸਿੰਘ ਸਿੱਧੂ ਦੀ ਪ੍ਰੈਸ ਕਾਨਫਰੰਸ ਦੇ, ਕਿਉਂਕਿ ਪੰਜਾਬ ਹਿੱਤ 'ਚ ਜਦੋਂ ਵੀ ਕੋਈ ਵਿਅਕਤੀ ਗੱਲ ਕਰਦਾ ਹੈ ਤੇ ਇਹ ਜ਼ਰੂਰ ਸਾਰਿਆਂ ਦਾ ਫਰਜ਼ ਬਣਦਾ ਹੈ ਪੰਜਾਬ 'ਚ ਕਿ ਉਸ ਗੱਲ ਦੇ ਉੱਤੇ ਜ਼ਰੂਰ ਚਰਚਾ ਕੀਤੀ ਜਾਵੇ। ਉਹਦੇ ਵਿੱਚ ਜਿਹੜੀਆਂ ਚੰਗੀਆਂ ਚੀਜ਼ਾਂ ਨੇ ਲੋਕਾਂ 'ਚ ਜਾਣ, ਅਗਰ ਉਹਦੇ 'ਚ ਕੋਈ ਚੀਜ਼ ਦਰੁਸਤ ਕਰਨ ਵਾਲੀ ਹੈ ਤੇ ਉਹਨੂੰ ਦਰੁਸਤ ਕੀਤਾ ਜਾਵੇ। ਸੋ ਇਸ ਕਰਕੇ ਨਵਜੋਤ ਸਿੰਘ ਸਿੱਧੂ ਦੀ ਪ੍ਰੈਸ ਕਾਨਫਰੰਸ ਦੀ ਅਹਿਮੀਅਤ ਸੀ ਗਗਨ। ਕਿਸਾਨਾਂ ਦੀ ਪਿੱਠ ਤੇ ਨਵਜੋਤ ਸਿੰਘ ਸਿੱਧੂ ਵੀ ਖੜਾ, ਔਰ ਉਹਨੇ ਫਿਰ ਕੱਲ ਨਵਜੋਤ ਸਿੰਘ ਸਿੱਧੂ ਨੇ ਦੱਸਿਆ ਵੀ ਮੈਂ ਕਿਉਂ ਨਹੀਂ ਗਿਆ ਅੰਦੋਲਨ ਤੇ। ਉਹ ਕਹਿੰਦਾ ਅਸੀਂ ਪੋਲੀਟੀਸ਼ੀਅਨ ਕਿਸਾਨ ਅੰਦੋਲਨ 'ਚ ਚਲੇ ਜਾਵਾਂਗੇ, ਔਰ ਮੈਂ ਵੀ ਮੰਨਦਾ ਅਗਰ ਸਿੱਧੂ ਵੀ ਕਿਸਾਨ ਅੰਦੋਲਨ 'ਚ ਚਲਿਆ ਗਿਆ ਤਾਂ ਬੀਜੇਪੀ ਵਾਲਿਆਂ ਨੇ ਰੋਜ਼ ਸਵੇਰੇ ਉੱਠਦੇ ਹੀ ਬਿਆਨ ਦੇਣੇ, ਸਭ ਤੋਂ ਪਹਿਲਾਂ ਪਾਣੀ ਪੀ ਪੀ ਕੇ ਬਿਆਨ ਦੇਣਗੇ। ਬੀਜੇਪੀ ਦੇ ਕਈ ਲੀਡਰ ਜਿਹੜੇ ਕਈ ਟੈਲੀਵਿਜ਼ਨ ਚੈਨਲਾਂ ਤੇ ਬੈਠੇ ਹੁੰਦੇ ਡਿਬੇਟਾਂ 'ਚ, ਉਹਨਾਂ ਨੇ ਉਸੇ ਟਾਈਮ ਸ਼ੁਰੂ ਹੋ ਜਾਣਾ ਵੀ ਆ ਦੇਖੋ ਪਿੱਛੇ ਕਾਂਗਰਸ ਹੈ ਜੀ। ਸੋ ਸਿੱਧੂ ਕਹਿੰਦਾ ਕਿਸਾਨਾਂ ਦਾ ਅੰਦੋਲਨ ਤਾਰ ਪੀੜੋ ਨਾ ਹੋਵੇ, ਉਹਨਾਂ ਤੇ ਇਲਜ਼ਾਮ ਨਾ ਲੱਗਣ ਕਿਸਾਨਾਂ ਤੇ, ਮੈਂ ਇਸ ਕਰਕੇ ਨਹੀਂ ਜਾ ਰਿਹਾ। ਉਂਝ ਸਿੱਧੂ ਨੇ ਦੱਸਿਆ ਕਿ ਉਹ ਸੋਸ਼ਲ ਮੀਡੀਆ ਤੇ ਵੀ ਟਵੀਟ ਕਰਦਾ ਹੈ, ਪ੍ਰੈਸ ਕਾਨਫਰੰਸ ਕਰਦਾ ਹੈ, ਪਾਲਿਸੀ ਦੀਆਂ ਗੱਲਾਂ ਕਰਦਾ। ਉਹ ਤਾਂ ਸਾਨੂੰ ਪਤਾ ਹੀ ਹੈ ਕਿ ਪਿੰਡਾਂ 'ਚ ਵੀ ਨਵਜੋਤ ਸਿੰਘ ਸਿੱਧੂ ਘੁੰਮ ਕੇ ਆਇਆ ਗਗਨ। ਸੋ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਦੀ ਮੰਤਰੀ ਮੰਡਲ ਦੀ ਬੈਠਕ ਜਿਹੜੀ 14 ਨੂੰ ਹੋਈ ਸੀ ਮਾਘੀ ਵਾਲੇ ਦਿਨ ਜੀ, ਔਰ ਉਸ ਤੋਂ ਬਾਅਦ 15 ਨੂੰ ਮਾਘੀ ਤੋਂ ਅਗਲੇ ਦਿਨ ਨਵਜੋਤ ਸਿੰਘ ਸਿੱਧੂ ਦੀ ਪ੍ਰੈਸ ਕਾਨਫਰੰਸ ਔਰ ਕਾਂਗਰਸੀਆਂ ਦਾ ਪ੍ਰਦਰਸ਼ਨ, ਕੇਂਦਰ ਦੇ ਨਾਲ ਕਿਸਾਨਾਂ ਦੀ ਮੀਟਿੰਗ, ਇਹ ਸਾਰੀਆਂ ਬੜੀਆਂ ਅਹਿਮ ਘਟਨਾਵਾਂ ਸੀਗੀਆਂ ਕੱਲ੍ਹ ਦੀ ਜੀ। ਤੇ ਡੱਲਾ ਜੀ ਇੱਥੇ ਇੱਕ ਬਹੁਤ ਵੱਡਾ ਸਵਾਲ ਆ, ਜੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਏਡੇ ਵੱਡੇ ਫੈਸਲੇ ਲੈਣ ਦੀ ਗੱਲ ਆਖੀ ਜਾਂਦੀ ਹੈ ਕਿ ਹਜੇ 1 ਸਾਲ ਦਾ ਸਮਾਂ ਕਾਂਗਰਸ ਸਰਕਾਰ ਨੂੰ ਪਿਆ, ਕਿ ਕਾਂਗਰਸ ਹਾਈ ਕਮਾਨ ਨੂੰ ਇਹਨਾਂ ਫੈਸਲਿਆਂ ਵੱਲ ਨਜ਼ਰ ਨਹੀਂ ਦੇਣੀ ਚਾਹੀਦੀ ਕਿ ਜੇਕਰ ਨਵਜੋਤ ਸਿੰਘ ਸਿੱਧੂ ਇੱਕ ਪਾਲਿਸੀ ਦੱਸ ਰਿਹਾ ਹੈ, ਬਣਾ ਰਿਹਾ, ਜੇ ਉਹ ਪੰਜਾਬ ਦੇ ਭਲੇ ਲਈ ਹੈ ਤੇ ਸਾਲ ਦਾ ਸਮਾਂ ਹੈ ਤੇ ਕਰ ਲਈਏ ਕੁਝ। ਦੇਖੋ ਇੱਕ ਕਲਾਸ 'ਚ ਨਾ ਜਿਹ 'ਚ ਮੈਂ ਪੜ੍ਹਦਾ ਸੀ 50 ਬੱਚੇ ਸੀ ਗਗਨ ਜੀ, ਸਾਰੇ ਬੱਚੇ ਇੱਕੋ ਜਿਹੇ ਨਹੀਂ ਸੀ, ਸਾਰੇ ਟੌਪਰ ਨਹੀਂ ਸੀ। ਮੈਂ ਤਾਂ ਬਹੁਤ ਸਧਾਰਨ ਸੀ, ਤੁਹਾਨੂੰ ਮੈਂ ਐਵੇਂ ਕਹਾਂ। ਹਿਸਾਬ 'ਚ ਮੇਰੇ ਇੱਕ ਵਾਰੀ 33 ਹੀ ਆਏ ਸੀ ਜੀ 11ਵੀਂ 'ਚ। ਸੋ ਸਾਰੇ ਵਿਦਿਆਰਥੀ ਇੱਕੋ ਜਿਹੇ ਨਹੀਂ ਹੁੰਦੇ, ਸਾਰੇ ਬੱਚੇ ਇੱਕੋ ਜਿਹੇ ਨਹੀਂ, ਸਾਰੇ ਲੀਡਰ ਇੱਕੋ ਜਿਹੇ ਨਹੀਂ ਹੁੰਦੇ। ਸੋ ਇਸੇ ਤਰ੍ਹਾਂ ਹੁਣ ਜਿਹੜੇ ਬਾਕੀ ਸਾਡੇ ਲੀਡਰ ਨੇ, ਤੁਸੀਂ ਮੈਨੂੰ ਦੱਸੋ ਕਿਹੜੇ ਪੰਜਾਬ ਦੇ ਲੀਡਰ ਨੇ ਐਗਰੀਕਲਚਰ ਤੇ ਕਦੀ ਪਾਲਿਸੀ ਦੀ ਗੱਲ ਕੀਤੀ ਹੋਵੇ, ਕਿਸੇ ਮੰਤਰੀ ਨੇ ਪ੍ਰੈਸ ਕਾਨਫਰੰਸ ਕੀਤੀ ਹੋਵੇ ਕਿ ਐਗਰੀਕਲਚਰ 'ਚ ਸਾਨੂੰ ਇਸ ਤਰ੍ਹਾਂ ਦੀ ਪਾਲਿਸੀ ਚਾਹੀਦੀ ਹੈ, ਬਿਲਕੁਲ ਸ਼ਰਾਬ ਦੀ ਸਾਨੂੰ ਇਸ ਤਰ੍ਹਾਂ ਦੀ ਪਾਲਿਸੀ ਚਾਹੀਦੀ ਹੈ, ਮਾਈਨਿੰਗ ਦੀ ਸਾਨੂੰ ਪਾਲਿਸੀ ਚਾਹੀਦੀ ਹੈ ਤੁਹਾਡੇ ਜ਼ਿਹਨ 'ਚ? ਬਿਲਕੁਲ ਨਹੀਂ। ਤੁਸੀਂ ਮੈਨੂੰ ਨਾਮ ਕਿਸੇ ਦਾ ਵੀ ਦੱਸਿਓ ਕਿ ਪੰਜਾਬ 'ਚ ਇਸ ਕਿਸਾਨ ਲੀਡਰ ਨੇ ਪ੍ਰੈਸ ਕਾਨਫਰੰਸ ਕੀਤੀ। ਹਾਂ, ਸੁਖਬੀਰ ਬਾਦਲ ਨੇ ਅੱਗੇ ਕਿਹਾ ਵੀ ਪੰਜਾਬ ਨੂੰ ਮੰਡੀ ਲਾਣ ਦਿਓ, ਪਰ ਸੁਖਬੀਰ ਬਾਦਲ ਵੀ ਕੋਈ ਪੂਰਾ ਏਜੰਡਾ ਨਹੀਂ ਲੈ ਕੇ ਆਇਆ ਪਾਲਿਸੀ ਦਾ। ਉਸ ਵਿਸ਼ੇ ਤੇ ਇਕੱਲੀ ਪ੍ਰੈਸ ਕਾਨਫਰੰਸ ਸੁਖਬੀਰ ਬਾਦਲ ਨੇ ਵੀ ਨਹੀਂ ਕੀਤੀ, ਨਹੀਂ ਤਾਂ ਮੈਂ ਜ਼ਰੂਰ ਜ਼ਿਕਰ ਕਰਦਾ ਜੀ। ਸੁਖਪਾਲ ਖਹਿਰਾ ਕਦੀ ਕਦੀ ਗੱਲ ਕਰਦਾ, ਬੈਂਸ ਕਦੀ ਕਦੀ ਗੱਲ ਕਰਦਾ, ਵੱਖ-ਵੱਖ ਮੁੱਦਿਆਂ ਤੇ ਆਪਾਂ ਪੂਰਾ ਉਹਨਾਂ ਨੂੰ ਕੱਪੜ ਛਾਣ ਕਰੀਦਾ। ਕੱਪੜ ਛਾਣ ਦਾ ਮਤਲਬ ਅਸੀਂ ਡਿਸਕਸ਼ਨ ਕਰਦੇ ਹਾਂ ਉਹਦੇ ਤੇ, ਤਾਂ ਕਿ ਪੰਜਾਬ ਦੇ ਹੋਰ ਲੋਕਾਂ 'ਚ ਵੀ ਉਹ ਗੱਲ ਜਾਵੇ। ਸੋ ਕਿਉਂਕਿ ਸਿੱਧੂ ਕਰ ਰਿਹਾ, ਇਸ ਕਰਕੇ ਇਹ ਸਵਾਲ ਦਾ ਜਵਾਬ ਬੜਾ ਔਖਾ ਹੈ ਕਿ ਬਾਕੀ ਕੋਈ ਕਿਉਂ ਨਹੀਂ ਕਰ ਰਿਹਾ। ਹੋ ਸਕਦਾ ਦੂਸਰਿਆਂ ਦਾ ਹੋਰ ਕਿਸੇ ਪਾਸੇ ਧਿਆਨ ਜ਼ਿਆਦਾ ਹੋਵੇ ਜੀ। ਹਾਂਜੀ, ਸਾਡੇ ਕਿੰਨੇ ਲੀਡਰ ਨੇ ਪੰਜਾਬ ਦੇ, ਕਈਆਂ ਦੇ ਆਪਣੇ ਕਾਰੋਬਾਰ ਨੇ, ਉਹਨਾਂ ਨੇ ਆਪਣੇ ਕਾਰੋਬਾਰ ਵੀ ਦੇਖਣੇ ਗਗਨ ਜੀ। ਹਾਂਜੀ ਬਿਲਕੁਲ, ਕਈਆਂ ਦਾ ਸ਼ਰਾਬ ਦਾ ਕਾਰੋਬਾਰ ਹੈ, ਕਈਆਂ ਦਾ ਰੇਤ ਦਾ ਕਾਰੋਬਾਰ ਹੈ, ਕਈਆਂ ਦਾ ਹੋਟਲ ਦਾ ਕਾਰੋਬਾਰ ਹੈ, ਕਈਆਂ ਦਾ ਟਰਾਂਸਪੋਰਟ ਦਾ ਕਾਰੋਬਾਰ ਹੈ,
ਕਿੰਨੇ ਕਿੰਨੇ ਸਾਡੇ ਦੇਖੋ ਮੰਤਰੀ ਨੇ, ਕਈ ਸਾਡੇ ਕਈ ਐਮਐਲਏ ਨੇ, ਮੰਤਰੀਆਂ ਤੋਂ ਮਤਲਬ ਸਾਬਕਾ ਵੀ ਤੇ ਦੂਜੇ ਵੀ, ਕਈਆਂ ਦੇ ਕਈ ਕਈ ਕਾਰੋਬਾਰ ਨੇ ਜੀ, ਕਈਆਂ ਦਾ ਕੋਈ ਕਾਰੋਬਾਰ ਵੀ ਨਹੀਂ ਹੋਣਾ। ਸਿੱਧੂ ਵਰਗੇ ਤਾਂ ਬੇਰੁਜ਼ਗਾਰੀ ਹੈ, ਮੈਂ ਕਹਿੰਦਾ, ਮੈਂ ਸਿੱਧੂ ਨੂੰ ਤਾਂ ਬੇਰੁਜ਼ਗਾਰੀ ਮੰਨਦਾ। ਬਿਲਕੁਲ। ਸੋ ਹੁਣ ਅਗਰ ਦੂਸਰੇ ਬੰਦੇ ਰੁੱਝੇ ਹੋਏ ਨੇ ਤੇ ਉਹ ਨਈ ਪਾਲਿਸੀ ਲਿਆ ਰਹੇ, ਪਰ ਲਿਆਣੀ ਉਹਨਾਂ ਨੂੰ ਵੀ ਚਾਹੀਦੀ ਹੈ, ਫਰਜ਼ ਉਹਨਾਂ ਨੂੰ ਵੀ ਬਣਦਾ। ਜਿਵੇਂ ਉਹਨਾਂ ਨੇ ਆਪਣੇ ਵਪਾਰ ਚਲਾਏ, ਜਿਵੇਂ ਉਹਨਾਂ ਨੇ ਆਪਣੀਆਂ ਫੈਕਟਰੀਆਂ ਚਲਾਈਆਂ, ਦਾਰੂਆਂ ਦੇ ਕੰਮ ਚਲਾਏ, ਰੇਤੇ ਵਾਲਿਆਂ 'ਚ ਪੈਸੇ ਲਾਏ, ਐਂ ਉਹ ਪੰਜਾਬ ਦੀ ਐਗਰੀਕਲਚਰ 'ਚ ਵੀ ਆਪਣਾ ਯੋਗਦਾਨ ਪਾਉਣ, ਕੋਈ ਪਾਲਿਸੀ ਲੈ ਕੇ ਆਉਣ, ਪੰਜਾਬ ਦੀ ਐਗਰੀਕਲਚਰ ਦੀ ਵੀ ਤਰੱਕੀ ਹੋਵੇ। ਸੋ ਹੋ ਸਕਦੀ ਹੈ ਪੰਜਾਬ ਦੀ ਐਗਰੀਕਲਚਰ ਦੀ ਤਰੱਕੀ, ਇਹੋ ਜਿਹੀ ਗੱਲ ਨਹੀਂ। ਸੋ ਹੁਣ ਇਸ ਕਰਕੇ ਇਹ ਸਵਾਲ ਦਾ ਤਾਂ ਜਵਾਬ ਇਹ ਹੈ ਕਿ ਸਾਰਿਆਂ ਦੀ ਆਪਣੀ ਆਪਣੀ ਸੋਚ ਹੈ। ਇਹੋ ਜਿਹੇ ਵੀ ਕਈ ਮੰਤਰੀ ਨੇ ਜਿਹੜੇ ਮੈਨੂੰ ਲੱਗਦਾ ਸਿਰਫ ਮੰਤਰੀ ਮੰਡਲ ਵਾਲੀ ਜਿਹੜੀ ਵਿਧਾਨ ਸਭਾ ਦੀ ਜਾਂ ਸਰਕਾਰ ਦੀ ਤਨਖਾਹ ਹੈ ਉਹਦੇ ਤੇ ਦਾਲ ਫੁਲਕਾ ਖਾਂਦੇ ਹੋਣਗੇ, ਇੱਕ ਦੋ ਮੰਤਰੀ ਤਾਂ ਹੋਣਗੇ ਇਹੋ ਜਿਹੇ ਜੀ, ਹਨਾ ਜੀ, ਬਿਲਕੁਲ ਲੱਭਾਂਗੇ ਜੀ। ਤੇ ਡਲਾ ਜੀ, ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਦੀ ਪ੍ਰੈਸ ਕਾਨਫਰੰਸ ਤੋਂ ਬਾਹਰ ਆਈਏ ਤਾਂ ਕਾਂਗਰਸ ਨੇ ਕੱਲ ਪੂਰੇ ਮੁਲਕ ਦੇ ਵਿੱਚ ਵੱਖੋ ਵੱਖਰੇ ਤਰੀਕੇ ਦੇ ਪ੍ਰਦਰਸ਼ਨ ਕੀਤੇ ਨੇ। ਰਾਹੁਲ ਗਾਂਧੀ ਜੰਤਰ ਮੰਤਰ ਤੇ ਪਹੁੰਚਦੇ ਨੇ, ਨਾਲ ਪ੍ਰਿਯੰਕਾ ਗਾਂਧੀ ਸੀ, ਤੇ ਜਦੋਂ ਉਹ ਮਿਲ ਕੇ ਉੱਥੋਂ ਪ੍ਰੈਸ ਕਾਨਫਰੰਸ ਕਰਕੇ ਕੁਝ ਦੂਰੀ ਤੇ ਪਹੁੰਚਦੇ ਨੇ, ਮਗਰੋਂ ਜਿਹੜੇ ਕਾਂਗਰਸ ਵਾਲੇ ਸੰਸਦ ਨੇ ਉਹ ਸੜਕ ਦੇ ਉੱਤੇ ਬਹਿ ਜਾਂਦੇ ਨੇ, ਤੇ ਉਸ ਤੋਂ ਬਾਅਦ ਪੁਲਿਸ ਕਹਿੰਦੀ ਹੈ ਕਿ ਖਾਲੀ ਕਰ ਦਿਓ, ਜਿੱਥੇ ਤੁਹਾਨੂੰ ਬਿਠਾਇਆ ਉੱਥੇ ਬਹਿ ਜਾਓ, ਜੇ ਨਹੀਂ ਬੈਠੋਗੇ ਤੁਹਾਨੂੰ ਅਸੀਂ ਹਿਰਾਸਤ 'ਚ ਲਵਾਂਗੇ। ਉਹੀ ਕੁਝ ਹੁੰਦਾ, ਹਿਰਾਸਤ 'ਚ ਲਿਆ ਜਾਂਦਾ ਤੇ ਫਿਰ ਛੱਡਿਆ ਜਾਂਦਾ, ਉਹ ਫਿਰ ਆ ਕੇ ਉੱਥੇ ਬਹਿ ਜਾਂਦੇ ਨੇ। ਇਹ ਸਾਰੇ ਵਰਤਾਰੇ ਨੂੰ ਕਿੱਦਾਂ ਵੇਖਦੇ? ਦੇਖੋ, ਇਹ ਹੈ ਵੀ ਕਾਂਗਰਸ ਨੇ ਹਿੰਮਤ ਦਿਖਾਈ, ਪੂਰੇ ਮੁਲਕ 'ਚ ਉਹਨਾਂ ਨੇ ਇੱਕ ਸੰਗਠਿਤ ਅੰਦੋਲਨ ਕਰਨ ਦੀ ਯੋਜਨਾ ਬਣਾਈ, ਕੋਸ਼ਿਸ਼ ਕੀਤੀ ਕਾਂਗਰਸ ਨੇ। ਉਂਝ ਮੁਲਕ ਦੇ ਵਿੱਚ ਕਾਂਗਰਸ ਵਿਰੋਧੀ ਧਿਰ ਦੇ ਤੌਰ ਤੇ ਬੜੀ ਕਮਜ਼ੋਰ ਹੈ। ਰਾਹੁਲ ਗਾਂਧੀ ਹੋਣ, ਪ੍ਰਿਯੰਕਾ ਗਾਂਧੀ ਹੋਣ, ਜਿਹੜੇ ਮਰਜ਼ੀ ਕਾਂਗਰਸ ਦੇ ਲੀਡਰ ਹੋਣ, ਵਿਰੋਧੀ ਧਿਰ ਦੀ ਭੂਮਿਕਾ ਅਦਾ ਕਰਨ ਦੇ ਵਿੱਚ ਕਾਂਗਰਸ ਕਾਮਯਾਬ ਨਹੀਂ ਹੋਈ। ਕਾਂਗਰਸ ਦੇ ਲੀਡਰਾਂ ਨੇ ਸੰਗਠਿਤ ਹੋ ਕੇ ਇਸ ਅੰਦੋਲਨ ਨੂੰ ਉਸ ਵਕਤ ਨਹੀਂ ਕੀਤਾ ਜਦੋਂ ਕੀਤਾ ਜਾਣਾ ਚਾਹੀਦਾ। ਦੇਖੋ, ਜਦੋਂ ਕਿਸਾਨ ਹੀ ਆ ਕੇ ਸੜਕਾਂ ਤੇ ਬਹਿ ਗਏ, ਫਿਰ ਕਿਸੇ ਦੀ ਕੀ ਲੋੜ ਹੈ ਜੀ। ਗੱਲ ਤਾਂ ਸੀ ਕਿਸਾਨਾਂ ਨੂੰ ਆਉਣਾ ਨਾ ਪੈਂਦਾ। ਵਿਰੋਧੀ ਧਿਰ ਦਾ ਕੰਮ ਕੀ ਹੈ ਜੀ ਕਿ ਸਰਕਾਰ ਨੂੰ ਤੁਸੀਂ ਨਜਿੱਠੋ। ਇਹ ਬਦਕਿਸਮਤੀ ਵੀ ਹੈ ਕਿ ਸਾਡੀ ਵਿਰੋਧੀ ਧਿਰ ਵੀ ਸੁੰਗੜ ਕੇ ਛੋਟੀ ਜੀ ਹੋ ਗਈ, ਜਿਵੇਂ ਰੂੰ 'ਚ ਪਾਣੀ ਪਾ ਦਿਓ ਨਾ ਐਡੀ ਕੁ ਰਹਿ ਜਾਂਦੀ ਜੀ, ਹੈ ਨੀ। ਸੋ ਵਿਰੋਧੀ ਧਿਰ ਸੁੰਗੜ ਗਈ ਸਾਡੀ, ਇਹ ਬਦਕਿਸਮਤੀ ਹੈ ਸਾਡੀ। ਹੁਣ ਇਹਦੇ ਪਿੱਛੇ ਜ਼ਿੰਮੇਦਾਰ ਤਾਂ ਵਿਰੋਧੀ ਧਿਰ ਹੀ ਹੈ ਨਾ। ਅਸੀਂ ਤਾਂ ਹੀ ਵੋਟਾਂ ਪਾਵਾਂਗੇ ਨਾ ਜੇ ਉਹਨਾਂ 'ਚ ਕੋਈ ਮਾੜਾ ਮੋਟਾ ਹਿੰਮਤ, ਜੋਸ਼, ਜਜ਼ਬਾ ਦਿਖੂਗਾ, ਹੈ ਨੀ ਜੀ। ਸੋ ਸਾਈਕਲ ਪੈਂਚਰ ਹੋਇਆ ਹੋਵੇ, ਕਿਹੜਾ ਉਹਨੂੰ ਰੇਸ 'ਚ ਲੈ ਕੇ ਜਾਊਗਾ। ਹਵਾ ਕਾਂਗਰਸੀਆਂ ਨੂੰ ਸਾਈਕਲਾਂ ਦੀ ਭਰ ਕੇ ਰੱਖਣੀ ਚਾਹੀਦੀ ਪੂਰੀ, ਤਾਂ ਕਿ ਲੋਕਾਂ ਨੂੰ ਨਜ਼ਰ ਆਵੇ ਕਿ ਕਾਂਗਰਸ ਤਕੜੀ ਹੈ, ਇਸ਼ੂ ਬੇਸਡ ਕਾਂਗਰਸ ਪੋਲਿਟਿਕਸ ਕਰਦੀ ਹੈ, ਭੇਦਭਾਵ ਤੋਂ ਬਿਨਾਂ ਕਰਦੀ ਹੈ, ਪੋਲੀਟੀਕਲ ਜਸਟਿਸ ਆਪਣੇ ਲੀਡਰਾਂ ਨੂੰ, ਵਲੰਟੀਅਰਸ ਨੂੰ ਕਾਂਗਰਸ ਦਿੰਦੀ ਹੈ, ਮਿਹਨਤ ਕਰਨ ਵਾਲਿਆਂ ਨੂੰ ਅੱਗੇ ਕਰਦੀ ਹੈ। ਤਾਂ ਕਾਂਗਰਸ ਦਾ ਪੁੰਨ ਹੋਣਾ ਆਉਣ ਵਾਲੇ ਸਮੇਂ 'ਚ ਜੀ, ਹੈ ਜੀ। ਵਰਕੇ ਤੇ ਲਿਖਿਆ ਵੀ ਹੌਲੀ ਹੌਲੀ ਆਪ ਹੀ ਮਿਟ ਜਾਂਦਾ, ਉਹਨੂੰ ਨਾ ਸਾਂਭੋ ਨਾ ਜੀ। ਖੜੀ ਗੱਡੀ ਕਈ ਵਾਰੀ 2-3 ਮਹੀਨਿਆਂ ਬਾਅਦ ਸਟਾਰਟ ਹੀ ਨਹੀਂ ਹੁੰਦੀ, ਬੜਾ ਹੈਰਾਨ ਹੁੰਦਾ ਬੰਦਾ ਵੀ ਅਸੀਂ ਤਾਂ ਸਟਾਰਟ ਛੱਡ ਕੇ ਗਏ ਸੀ। ਬਿਲਕੁਲ। ਸੋ ਖੜੀ ਗੱਡੀ ਵੀ ਜ਼ਿਆਦਾ ਦੇਰ ਕਹਿੰਦੇ ਗੱਡੀ ਖੜੀ ਛੱਡਣੀ ਨਹੀਂ ਚਾਹੀਦੀ, ਉਹਨੂੰ ਸੈਲਫ ਮਾਰ ਕੇ ਮਾੜਾ ਮੋਟਾ ਸਟਾਰਟ ਕਰ ਦੇਣਾ ਚਾਹੀਦਾ। ਸੋ ਇਹ ਸੈਲਫ ਮਾਰੀ ਕਾਂਗਰਸ ਨੇ ਛੋਟੀ ਜੀ, ਵੀ ਅਸੀਂ ਜ਼ੋਰ ਜੱਕਾ ਲਾ ਲਈਏ। ਉਹ ਜੰਤਰ ਮੰਤਰ ਤੇ ਇੱਕ ਥਾਂ ਦਿੱਤੀ ਹੋਈ ਹੈ ਧਰਨੇ ਦੀ, ਉੱਥੋਂ ਸੜਕ ਤੇ ਆ ਗਏ। ਉਹ ਤਾਂ ਹਿਰਾਸਤ 'ਚ ਲੈ ਲਏ ਵੀ ਤੁਸੀਂ ਸੜਕ ਤੇ ਨਹੀਂ ਬਹਿ ਸਕਦੇ, ਉਹ ਇੱਕ ਥਾਂ ਜੰਤਰ ਮੰਤਰ ਤੇ ਦਿੱਤੀ ਹੈ। ਪਰ ਚਲੋ ਹਿੰਮਤ ਕੀਤੀ ਕਾਂਗਰਸੀਆਂ ਨੇ। ਕੱਲ ਪ੍ਰਿਯੰਕਾ ਗਾਂਧੀ, ਰਾਹੁਲ ਗਾਂਧੀ ਉੱਥੇ ਮੌਕੇ ਤੇ ਗਏ, ਨਹੀਂ ਤਾਂ ਪਿੱਛੇ ਜੇ ਤਾਂ ਕਾਂਗਰਸ ਦੇ ਐਮਪੀ ਪ੍ਰਿਯੰਕਾ ਗਾਂਧੀ ਦੇ ਘਰ ਹੀ ਮੇਰੇ ਖਿਆਲ ਚਲੇ ਗਏ ਸੀ ਜਾਂ ਦਫ਼ਤਰ, ਜੀ, ਵੀ ਅਸੀਂ ਬਹੁਤ ਵੱਡਾ ਅੰਦੋਲਨ ਕਰਾਂਗੇ, ਉਦੋਂ ਐਲਾਨ ਹੋਇਆ ਸੀ। ਸੋ ਇਹ ਕੱਲ ਛੋਟਾ ਜਿਹਾ ਸੈਂਪਲ ਸਾਨੂੰ ਦਿਖਿਆ। ਕੱਲ ਕਈ ਜਿਹੜੇ ਗਵਰਨਰ ਨੇ ਉਹਨਾਂ ਤੋਂ ਮੰਗ ਕੀਤੀ ਹੈ ਇਨਸਾਫ ਦੀ। ਸੁਨੀਲ ਜਾਖੜ ਉਹਨਾਂ ਨੇ ਵੀ ਜ਼ੋਰ ਲਾਇਆ ਪੰਜਾਬ 'ਚ, ਕਹਿੰਦੇ। ਸੋ ਕਈ ਥਾਈਂ ਇਹ ਕਾਂਗਰਸ ਨੇ ਥੋੜ੍ਹੀ ਜਿਹੀ ਕੋਸ਼ਿਸ਼ ਕੀਤੀ ਹੈ। ਸੋ ਇਹ ਪਰ ਲੇਟ ਕੀਤੀ ਗਈ ਕੋਸ਼ਿਸ਼ ਹੈ, ਪਰ ਚਲੋ ਠੀਕ ਹੈ। ਪਰ ਕਿਸਾਨਾਂ ਦੀ ਕੋਸ਼ਿਸ਼ ਅੱਗੇ ਕਾਂਗਰਸ ਦੀ ਕੋਸ਼ਿਸ਼ ਬਹੁਤ ਛੋਟੀ ਹੈ। ਜੋ ਕਿਸਾਨਾਂ ਦੀ ਕੋਸ਼ਿਸ਼ ਹੈ, ਠੰਡ 'ਚ ਗਗਨ, ਅਬ ਕਾਂਗਰਸ ਵਾਲਿਆਂ ਨੇ ਤਾਂ ਫਿਰ ਸ਼ਾਮ ਨੂੰ ਬਹੁਤਿਆਂ ਨੇ ਘਰੇ ਚਲੇ ਜਾਣਾ, ਨਿੱਘੀਆਂ ਰਜਾਈਆਂ ਨੇ ਘਰੇ, ਹੀਟਰ ਲੱਗੇ ਹੋਣੇ ਆ ਜੀ। ਉੱਥੇ ਟਰਾਲੀਆਂ 'ਚ ਕਾਹਦੇ ਹੀਟਰ ਗਗਨ, ਉੱਥੇ ਐਡੀ ਜ਼ਿਆਦਾ ਠੰਡ ਹੈ, ਤਾਪਮਾਨ ਇੰਨਾ ਡਿੱਗ ਗਿਆ, ਕੋਰਾ ਪੈਂਦਾ, ਕੋਰਾ ਹੈ ਜੀ। ਕੰਬਲ ਦੇ ਉੱਤੇ ਸਵੇਰ ਨੂੰ ਪਾਣੀ ਪਿਆ ਹੁੰਦਾ ਜੀ। ਸੋ ਇਹ ਸਥਿਤੀਆਂ ਦੇ ਵਿੱਚ ਸੰਘਰਸ਼ ਉੱਥੇ ਹੋ ਰਿਹਾ ਹੈ। ਸੋ ਇਸ ਕਰਕੇ ਸਲੂਟ ਹੈ ਕਿਸਾਨਾਂ ਨੂੰ। ਔਰ ਹਾਲੇ ਵੀ ਕਹਿੰਦੇ ਹੁੰਦੇ ਨੇ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਸੋ ਜੇ ਉਂਝ ਮੈਨੂੰ ਤਾਂ ਲੱਗਦਾ ਹੁਣ ਇਹ ਵੀ ਨਹੀਂ ਗੱਲ ਕਹੀ ਜਾ ਸਕਦੀ ਕਿ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਕਿੱਡੀ ਵੱਡੀ ਗਿਣਤੀ 'ਚ ਸਾਡੇ ਲੋਕ ਨੇ ਦੁਨੀਆ ਤੋਂ ਚਲੇ ਗਏ, ਕਿਸਾਨ ਸ਼ਹੀਦ ਹੋ ਗਏ। ਸੋ ਆਜ਼ਾਦੀ ਤੋਂ ਪਹਿਲਾਂ ਦੇ ਜਿਹੜੇ ਅਸੀਂ ਸੰਘਰਸ਼ ਸੀ ਕਿਸਾਨੀ ਦੇ, ਉਹਦੇ 'ਚ ਅਸੀਂ ਸ਼ਹਾਦਤਾਂ ਯਾਦ ਕਰਿਆ ਕਰਦੇ ਸੀ ਗਗਨ ਜੀ। ਹੁਣ ਇਹ ਆਪਣੇ ਆਜ਼ਾਦ ਮੁਲਕ 'ਚ ਇੱਕ ਸ਼ਹਾਦਤਾਂ ਦਾ ਅੰਕੜਾ ਸਾਡਾ ਬਣ ਰਿਹਾ। ਦੇਖੋ
ਆਜ਼ਾਦ ਮੁਲਕ 'ਚ ਕਿਸਾਨੀ ਅੰਦੋਲਨ 'ਚ ਸ਼ਹਾਦਤਾਂ ਦਾ ਅੰਕੜਾ ਆਉਣ ਵਾਲੇ ਸਮੇਂ 'ਚ ਸਾਡੇ ਬੱਚੇ ਕਿਤਾਬਾਂ 'ਚ ਪੜ੍ਹਿਆ ਕਰਨਗੇ ਜੀ। ਸੋ ਇਹ ਕਿਸਾਨ ਅੰਦੋਲਨ ਨੂੰ ਦੇਖਦੇ ਹੋਏ ਮੈਨੂੰ ਲੱਗਦਾ ਹੁਣ ਵੀ ਸਰਕਾਰ ਨੂੰ ਇਹਨਾਂ ਸ਼ਹਾਦਤਾਂ ਨੂੰ ਨਮਨ ਕਰਦੇ ਹੋਏ ਅਗਰ ਸਰਕਾਰ ਕਹਿ ਦੇਵੇ ਕਿ ਅਸੀਂ ਕਾਨੂੰਨ ਰੱਦ ਕਰਦੇ ਹਾਂ ਤੇ ਬੈਠ ਕੇ ਗੱਲਬਾਤ ਕਰਕੇ ਕਾਨੂੰਨ ਨਵੇਂ ਸਿਰੇ ਤੋਂ ਬਣਾਵਾਂਗੇ ਤਾਂ ਵੀ ਮਸਲੇ ਜਿਹੜੇ ਨੇ ਇਹ ਚੰਗੇ ਪਾਸੇ ਜਾ ਸਕਦੇ ਨੇ ਭਵਿੱਖ 'ਚ। ਜੀ ਬਿਲਕੁਲ। ਸੋ ਮੀਟਿੰਗ ਕੱਲ ਦੀ ਬੇਸਿੱਟਾ ਰਹੀ ਹੈ, ਅਗਲੀ ਮੀਟਿੰਗ ਦਾ ਸਮਾਂ ਮਿਲ ਗਿਆ ਹੈ। ਹਾਲਾਂਕਿ ਅਗਲੀ ਮੀਟਿੰਗ ਤੋਂ ਵੀ ਕਿਸਾਨਾਂ ਦਾ ਕਹਿਣਾ ਕੋਈ ਉਮੀਦ ਨਹੀਂ ਹੈ। ਉਸੇ ਤਰ੍ਹਾਂ ਦੀਆਂ ਗੱਲਾਂ ਅਸੀਂ ਕਰਾਂਗੇ ਕਿਉਂਕਿ ਉਮੀਦਾਂ ਜਿਸ ਤਰ੍ਹਾਂ ਪਿੱਛੋਂ ਟੁੱਟਦੀਆਂ ਆਈਆਂ ਨੇ, ਸੋ ਹੁਣ ਲੋਕਾਂ ਨੇ ਉਮੀਦਾਂ ਬੰਨਣੀਆਂ ਬੰਦ ਕਰ ਦਿੱਤੀਆਂ ਨੇ। ਸਰਕਾਰ ਨੂੰ ਇਸ ਚੀਜ਼ ਤੋਂ ਸੋਚਣਾ ਚਾਹੀਦਾ ਕਿਉਂਕਿ ਇਹੀ ਅਵਿਸ਼ਵਾਸੀ ਦਾ ਕਾਰਨ ਹੈ ਕਿ ਕਿਸਾਨ ਤੁਹਾਡੀਆਂ ਗੱਲਾਂ ਦੇ ਉੱਤੇ ਮੰਨ ਨਹੀਂ ਰਹੇ। ਕਿਸਾਨ ਤੁਹਾਡੀ ਉਸ ਗੱਲ ਦੇ ਉੱਤੇ ਨਹੀਂ ਆ ਰਹੇ ਕਿ ਤੁਸੀਂ MSP ਨੂੰ ਕਾਨੂੰਨ ਬਣਾ ਰਹੇ ਹੋ। ਕਾਨੂੰਨ ਤੋਂ ਬਿਨਾਂ ਜੇਕਰ ਤੁਸੀਂ ਲਿਖਤੀ ਦਿੰਦੇ ਹੋ ਤਾਂ ਉਸ ਨੂੰ ਮੰਨ ਨਹੀਂ ਰਹੇ ਹੋ, ਕਾਨੂੰਨ ਦੀ ਗੱਲ ਕਰਦੇ ਨੇ। ਇਹ ਅਵਿਸ਼ਵਾਸੀਆਂ ਨੇ ਜਿਨ੍ਹਾਂ ਕਰਕੇ ਅੰਦੋਲਨ ਅੱਜ ਤੱਕ ਇੱਥੇ ਪਹੁੰਚਿਆ। ਲੋੜ ਹੈ ਕਿ ਸਰਕਾਰ ਵੀ ਕਿਸਾਨਾਂ ਦੇ ਵੱਲ ਸੋਚੇ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਅੰਦੋਲਨ ਦੇ ਲਈ ਕੋਈ ਵੱਡਾ ਫੈਸਲਾ ਲਵੇ। ਹਰ ਰੋਜ਼ ਦੀ ਤਰ੍ਹਾਂ ਇਹ ਗੱਲ ਕਹਿ ਕੇ ਅੱਜ ਵੀ ਇਜਾਜ਼ਤ ਲਵਾਂਗੇ। ਡੱਲਾ ਜੀ ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ।